ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ 'ਤੇ। ਲੈ ਕੇ ਹਾਜ਼ਰ ਹਾਂ ਆਪਾਂ ਅੱਜ ਦੀ ਕਹਾਣੀ। ਮੇਰਾ ਨਾਮ ਰਾਣੋ ਹੈ। ਮੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਨੇ, ਪਰ ਮੈਂ ਅਜੇ ਤੱਕ ਮਾਂ ਨਹੀਂ ਬਣ ਸਕੀ, ਜਿਸ ਕਰਕੇ ਮੇਰੇ ਪਤੀ ਨੇ ਮੈਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ। ਮੈਂ ਆਪਣੇ ਪੇਕੇ ਘਰ ਆ ਗਈ। ਮੇਰੇ ਪੇਕੇ ਘਰ ਦੇ ਵਿੱਚ ਸਾਡੇ ਇੱਕ ਕੰਮ ਵਾਲੀ ਆਉਂਦੀ ਸੀ। ਉਹ ਕੰਮ ਵਾਲੀ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਜਦੋਂ ਵੀ ਕੰਮ ਵਾਲੀ ਮੇਰੇ ਕੋਲ ਆ ਕੇ ਖੜ੍ਹਦੀ ਤਾਂ ਮੇਰੀ ਮੰਮੀ ਉਸ ਨੂੰ ਮੇਰੇ ਕੋਲੋਂ ਭੇਜ ਦਿੰਦੀ ਅਤੇ ਮੈਨੂੰ ਕਹਿੰਦੀ ਕਿ ਤੂੰ ਇਸ ਦੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ। ਇੱਕ ਦਿਨ ਮੇਰੀ ਮੰਮੀ ਨਹਾ ਰਹੀ ਸੀ ਤੇ ਕੰਮ ਵਾਲੀ ਮੇਰੇ ਕਮਰੇ ਵਿੱਚ ਆਈ। ਉਹ ਮੈਨੂੰ ਕਹਿਣ ਲੱਗੀ ਕਿ ਤੇਰਾ ਨਸੀਬ ਤੇਰੀ ਮੰਮੀ ਨੇ ਖਰਾਬ ਕੀਤਾ ਹੈ। ਤੇਰੀ ਇਸ ਹਾਲਤ ਦੀ ਜ਼ਿੰਮੇਵਾਰ ਤੇਰੀ ਮੰਮੀ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਇਹ ਕੀ ਕਹਿ ਰਹੀ ਹੈ। ਅਜੇ ਉਹ ਬੋਲਣ ਹੀ ਲੱਗੀ ਸੀ ਕਿ ਮੇਰੀ ਮੰਮੀ ਨਹਾ ਕੇ ਆ ਗਈ ਤੇ ਨੌਕਰਾਣੀ ਨੂੰ ਡਾਂਟਣ ਲੱਗੀ। ਕਹਿਣ ਲੱਗੀ, ਮੈਂ ਤੈਨੂੰ ਕਿਹਾ ਸੀ ਕਿ ਮੇਰੀ ਧੀ ਤੋਂ ਦੂਰ ਰਹੀਂ। ਤਾਂ ਨੌਕਰਾਣੀ ਕਹਿੰਦੀ ਕਿ ਮੈਂ ਤਾਂ ਕਮਰੇ ਦੇ ਵਿੱਚ ਸਫਾਈ ਕਰ ਰਹੀ ਸੀ। ਇਹ ਕਹਿ ਕੇ ਉਹ ਚਲੀ ਗਈ। ਉਸ ਤੋਂ ਬਾਅਦ ਮੇਰੇ ਦਿਮਾਗ ਵਿੱਚ ਲਗਾਤਾਰ ਸਵਾਲ ਚੱਲਦੇ ਰਹਿੰਦੇ ਕਿ ਨੌਕਰਾਣੀ ਨੇ ਮੈਨੂੰ ਇੱਦਾਂ ਕਿਉਂ ਕਿਹਾ। ਮੈਂ ਨੌਕਰਾਣੀ ਤੋਂ ਇਹ ਗੱਲ ਜਾਣਨਾ ਚਾਹੁੰਦੀ ਸੀ, ਪਰ ਮੇਰੀ ਮੰਮੀ ਕਦੇ ਵੀ ਮੈਨੂੰ ਉਸ ਨਾਲ ਗੱਲ ਨਾ ਕਰਨ ਦਿੰਦੀ। ਕਿਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਮੈਂ ਮੌਕਾ ਜਿਹਾ ਪਾ ਕੇ ਸਾਡੀ ਨੌਕਰਾਣੀ ਨੂੰ ਕਿਹਾ ਕਿ ਆਂਟੀ, ਉਸ ਦਿਨ ਤੁਸੀਂ ਮੇਰੇ ਨਾਲ ਕੀ ਗੱਲ ਕਰ ਰਹੇ ਸੀ। ਉਹ ਕਹਿਣ ਲੱਗੀ, ਜਦੋਂ ਤੇਰੀ ਮੰਮੀ ਘਰ ਨਾ ਹੋਈ ਉਦੋਂ ਦੱਸਾਂਗੀ। ਜੇ ਤੇਰੀ ਮੰਮੀ ਨੇ ਮੈਨੂੰ ਤੇਰੇ ਨਾਲ ਗੱਲ ਕਰਦੀ ਵੇਖ ਲਿਆ ਤਾਂ ਉਹ ਮੈਨੂੰ ਫੇਰ ਝਿੜਕੇਗੀ। ਇੰਨਾ ਕਹਿ ਕੇ ਉਹ ਚਲੀ ਗਈ, ਪਰ ਮੈਨੂੰ ਮੇਰੇ ਸਵਾਲ ਦਾ ਜਵਾਬ ਨਹੀਂ ਸੀ ਮਿਲਿਆ। ਮੈਂ ਸਾਰਾ ਦਿਨ ਇਸੇ ਸਵਾਲ ਵਿੱਚ ਉਲਝੀ ਰਹਿੰਦੀ। ਕਈ ਵਾਰ ਮੇਰਾ ਦਿਲ ਕਰਦਾ ਕਿ ਮੈਂ ਆਪਣੀ ਮੰਮੀ ਨੂੰ ਪੁੱਛ ਲਵਾਂ, ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਮੰਮੀ ਕੰਮ ਵਾਲੀ ਨੂੰ ਫਿਰ ਝਿੜਕੇਗੀ। ਇੱਕ ਦਿਨ ਮੇਰੀ ਮੰਮੀ ਕਾਫੀ ਬਿਮਾਰ ਹੋ ਗਈ। ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋ ਗਈ। ਅਸੀਂ ਉਹਨੂੰ ਭੱਜ ਕੇ ਹਸਪਤਾਲ ਲੈ ਗਏ। ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਸਾਈਲੈਂਟ ਅਟੈਕ ਆਇਆ ਹੈ, ਜਿਸ ਕਰਕੇ ਇਹਨਾਂ ਦੀ ਸਰਜਰੀ ਕਰਨੀ ਪਵੇਗੀ। ਮੈਂ ਮੰਮੀ ਨੂੰ ਹਸਪਤਾਲ ਦਾਖਲ ਕਰਵਾ ਕੇ ਘਰੋਂ ਪੈਸੇ ਲੈਣ ਲਈ ਆਈ। ਜਦੋਂ ਆ ਕੇ ਮੰਮੀ ਦੀ ਅਲਮਾਰੀ 'ਚੋਂ ਪੈਸੇ ਕੱਢਣ ਲੱਗੀ ਤਾਂ ਉੱਥੇ ਇੱਕ ਡਾਇਰੀ ਪਈ ਸੀ। ਜਦੋਂ ਮੈਂ ਉਹ ਡਾਇਰੀ ਖੋਲ੍ਹ ਕੇ ਵੇਖੀ ਤਾਂ ਮੈਂ ਡਾਇਰੀ ਪੜ੍ਹਨ ਲੱਗੀ। ਉਸ ਡਾਇਰੀ ਵਿੱਚ ਜੋ ਲਿਖਿਆ ਸੀ ਉਹ ਪੜ੍ਹ ਕੇ ਮੇਰੇ ਹੋਸ਼ ਉੱਡ ਗਏ। ਕਿਉਂਕਿ ਮੇਰਾ ਨਾਮ ਰਾਣੋ ਹੈ। ਜਦੋਂ ਮੇਰੀ ਕਾਲਜ ਦੀ ਪੜ੍ਹਾਈ ਪੂਰੀ ਹੋਈ ਤਾਂ ਮੇਰੇ ਡੈਡੀ ਨੇ ਮੇਰੀ ਮੰਮੀ ਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਆਪਾਂ ਰਾਣੋ ਦਾ ਵਿਆਹ ਕਰ ਦਈਏ। ਮੇਰੀ ਮੰਮੀ ਨੇ ਮੇਰੇ ਡੈਡੀ ਨੂੰ ਇੱਕ ਮੁੰਡੇ ਬਾਰੇ ਦੱਸਿਆ ਕਿ ਆਪਾਂ ਰਾਣੋ ਦਾ ਵਿਆਹ ਉਸ ਮੁੰਡੇ ਨਾਲ ਕਰਾਂਗੇ, ਕਿਉਂਕਿ ਉਹ ਆਪਣੀ ਅੱਗੇ ਦੀ ਅੱਗੇ ਰਿਸ਼ਤੇਦਾਰੀ ਵਿੱਚੋਂ ਹੈ। ਜਦੋਂ ਮੇਰੀ ਮੰਮੀ ਨੇ ਇਹੀ ਗੱਲ ਮੇਰੇ ਨਾਲ ਕੀਤੀ ਤਾਂ ਮੈਂ ਆਪਣੀ ਮੰਮੀ ਦੇ ਗਲ ਲੱਗ ਰੋਣ ਲੱਗੀ ਤੇ ਕਿਹਾ, ਮੈਂ ਤੁਹਾਨੂੰ ਛੱਡ ਕੇ ਕਿਤੇ ਵੀ ਨਹੀਂ ਜਾਵਾਂਗੀ। ਤਾਂ ਮੇਰੀ ਮੰਮੀ ਕਹਿੰਦੀ ਕਿ ਤੂੰ ਕਮਲੀ ਹੋਈ ਆ, ਪੁੱਤ ਧੀਆਂ ਨੂੰ ਇੱਕ ਦਿਨ ਵਿਆਹ ਕੇ ਆਪਣੇ ਸਹੁਰੇ ਘਰ ਜਾਣਾ ਹੀ ਪੈਂਦਾ ਹੈ। ਇਹ ਕਿਹੜਾ ਵੱਖਰੀ ਗੱਲ ਹੈ। ਤਾਂ ਮੈਂ ਕਿਹਾ ਕਿ ਮੰਮੀ, ਜੇ ਮੈਂ ਸਹੁਰੇ ਘਰ ਚਲੀ ਗਈ ਤਾਂ ਤੁਸੀਂ ਅਤੇ ਡੈਡੀ ਇਕੱਲੇ ਰਹਿ ਜਾਓਗੇ। ਤਾਂ ਮੇਰੀ ਮੰਮੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ, ਜਦੋਂ ਸਾਨੂੰ ਲੱਗਿਆ ਕਿ ਅਸੀਂ ਇਕੱਲੇ ਹਾਂ ਤਾਂ ਅਸੀਂ ਤੈਨੂੰ ਅਤੇ ਆਪਣੇ ਜਵਾਈ ਨੂੰ ਕੋਲ ਰੱਖ ਲਵਾਂਗੇ। ਜਦੋਂ ਮੇਰੀ ਮੰਮੀ ਨੇ ਮੇਰੇ ਡੈਡੀ ਕੋਲ ਉਸ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਮੇਰੇ ਡੈਡੀ ਕਹਿਣ ਲੱਗੇ ਕਿ ਇੱਕ ਵਾਰ ਰਾਣੋ ਨੂੰ ਪੁੱਛ ਲਾਂ। ਜਦੋਂ ਮੇਰੀ ਮੰਮੀ ਨੇ
ਮੇਰੇ ਕੋਲ ਰਿਸ਼ਤੇ ਦੀ ਗੱਲ ਕੀਤੀ ਤਾਂ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ, ਕਾਲਜ ਦੇ ਵਿੱਚ ਮੈਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਹਾਂ। ਉਹ ਪੜ੍ਹਿਆ ਲਿਖਿਆ ਤੇ ਚੰਗੀ ਸੋਚ ਵਾਲਾ ਮੁੰਡਾ ਹੈ। ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਪਰ ਮੇਰੀ ਮੰਮੀ ਇਹ ਗੱਲ ਸੁਣ ਕੇ ਮੰਮੀ ਨੇ ਮੇਰੇ ਇੱਕ ਚਪੇੜ ਮਾਰੀ ਅਤੇ ਕਹਿਣ ਲੱਗੀ, ਹੁਣ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਏਂਗੀ? ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਸਾਡਾ ਨੱਕ ਵੱਢਣ 'ਤੇ ਤੁਲੀ ਹੋਈ ਹੈ। ਮੈਂ ਕਿਹਾ, ਮੰਮੀ, ਵਿਆਹ ਤਾਂ ਵੈਸੇ ਵੀ ਹੋਣਾ ਹੀ ਹੈ। ਉਹ ਮੁੰਡਾ ਆਪਣੀ ਜਾਤ ਆਪਣੇ ਧਰਮ ਦਾ ਹੈ, ਪੜ੍ਹਿਆ ਲਿਖਿਆ ਹੈ, ਸੋਹਣਾ ਸੁਨੱਖਾ ਅਤੇ ਮੈਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਹੈ। ਤੁਹਾਨੂੰ ਮੇਰੀ ਖੁਸ਼ੀ ਚਾਹੀਦੀ ਹੈ ਨਾ? ਤਾਂ ਮੇਰੀ ਮੰਮੀ ਕਹਿਣ ਲੱਗੀ, ਲੋਕ 100 ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿ ਇਹਨਾਂ ਦੀ ਕੁੜੀ ਨੇ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਇਆ ਹੈ। ਪਰ ਮੈਂ ਆਪਣੇ ਡੈਡੀ ਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਂ ਵਿਆਹ ਕਰਵਾਵਾਂਗੀ ਤਾਂ ਲਾਡੀ ਨਾਲ ਹੀ ਕਰਵਾਵਾਂਗੀ। ਮੇਰੇ ਡੈਡੀ ਮੇਰੀ ਮੰਮੀ ਨੂੰ ਕਹਿਣ ਲੱਗੇ ਕਿ ਜੇ ਆਪਾਂ ਅਲੱਗ ਕਿਤੇ ਰਾਣੋ ਦਾ ਵਿਆਹ ਕਰਾਂਗੇ, ਇਸ ਦੀ ਸਹੁਰੇ ਘਰ ਨਾ ਬਣੀ ਤੇ ਫਿਰ ਵੀ ਆਪਾਂ ਨੂੰ ਹੀ ਔਖਾ ਹੈ। ਇਸ ਲਈ ਉਹਨਾਂ ਨੇ ਲਾਡੀ ਦਾ ਘਰ-ਬਾਰ ਵੇਖ ਕੇ ਮੇਰਾ ਵਿਆਹ ਲਾਡੀ ਨਾਲ ਕਰ ਦਿੱਤਾ। ਲਾਡੀ ਦਾ ਪਰਿਵਾਰ ਇੱਕ ਪੜ੍ਹਿਆ ਲਿਖਿਆ ਪਰਿਵਾਰ ਸੀ। ਮੈਂ ਵਿਆਹ ਕੇ ਸਹੁਰੇ ਘਰ ਆ ਗਈ। ਮੇਰੇ ਸੱਸ ਸਹੁਰਾ, ਦਿਓਰ ਅਤੇ ਮੇਰਾ ਪਤੀ ਲਾਡੀ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੈਂ ਖੁਸ਼ੀ ਵਿੱਚ ਖੁੱਲੀ ਨਹੀਂ ਸਮਾਉਂਦੀ ਸੀ। ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ। ਮੇਰੇ ਵਿਆਹ ਨੂੰ 5 ਸਾਲ ਹੋ ਗਏ, ਪਰ ਮੇਰੀ ਕੁੱਖ ਹਰੀ ਨਾ ਹੋਈ। ਕਹਿੰਦੇ ਨੇ, ਇੱਕ ਕੁੜੀ ਦੀ ਸਹੁਰੇ ਘਰ ਇੱਜ਼ਤ ਫਿਰ ਹੀ ਹੁੰਦੀ ਹੈ ਜੇ ਉਹ ਆਪਣੇ ਸਹੁਰਿਆਂ ਨੂੰ ਉਹਨਾਂ ਦਾ ਵੰਸ਼ ਦਾ ਵਾਰਸ ਦਿੰਦੀ ਹੈ। ਬੱਚਾ ਨਾ ਹੋਣ ਕਰਕੇ ਮੇਰੀ ਸੱਸ ਮੈਨੂੰ ਤਾਨੇ ਦੇਣ ਲੱਗੀ। ਘਰ ਦੇ ਵਿੱਚ ਗੱਲ-ਗੱਲ 'ਤੇ ਕਲੇਸ਼ ਹੋਣ ਲੱਗਾ। ਲਾਡੀ ਮੈਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਮੈਂ ਉਸ ਕੋਲ ਮੰਮੀ ਦੀਆਂ ਗੱਲਾਂ ਦੱਸਦੀ ਤਾਂ ਉਸਦਾ ਮਨ ਵੀ ਦੁਖੀ ਹੋ ਜਾਂਦਾ। ਜਦੋਂ ਘਰ ਦੇ ਵਿੱਚੋਂ ਕਲੇਸ਼ ਖਤਮ ਨਾ ਹੋਇਆ ਤਾਂ ਲਾਡੀ ਨੇ ਆਪਣੇ ਮਾਤਾ-ਪਿਤਾ ਨਾਲੋਂ ਅਲੱਗ ਹੋਣ ਦਾ ਫੈਸਲਾ ਕਰ ਲਿਆ, ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਦੁਖੀ ਰਹਾਂ। ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਇੱਕ ਤਾਂ ਮੈਂ ਬੱਚਾ ਨਾ ਹੋਣ ਕਰਕੇ ਦੁਖੀ ਹਾਂ, ਉੱਤੋਂ ਮੰਮੀ ਦੇ ਤਾਨੇ ਮਿਹਣਿਆਂ ਨਾਲ। ਇਸ ਲਈ ਅਸੀਂ ਦੋਨੋਂ ਅਲੱਗ ਰਹਿਣ ਲੱਗੇ। 2 ਸਾਲ ਤਾਂ ਵਧੀਆ ਗੁਜ਼ਰੇ, ਪਰ ਹੁਣ ਲਾਡੀ ਨੂੰ ਵੀ ਘਰ ਵਿੱਚ ਬੱਚੇ ਦੀ ਕਮੀ ਮਹਿਸੂਸ ਹੁੰਦੀ ਅਤੇ ਉਸ ਨੂੰ ਇੱਦਾਂ ਵੀ ਲੱਗਦਾ ਕਿ ਮੈਂ ਆਪਣੇ ਮਾਂ-ਪਿਓ ਤੋਂ ਵੱਖ ਹੋ ਗਿਆ ਹਾਂ, ਜਿਸ ਕਰਕੇ ਉਹ ਵੀ ਗੱਲ-ਗੱਲ 'ਤੇ ਮੇਰੇ ਉੱਤੇ ਖਿਝਣ ਲੱਗਾ। ਉਹ ਮੈਨੂੰ ਗੱਲ-ਗੱਲ 'ਤੇ ਝਿੜਕਦਾ ਰਹਿੰਦਾ ਅਤੇ ਬੱਚਾ ਨਾ ਹੋਣ ਦੇ ਤਾਨੇ ਦਿੰਦਾ। ਮੈਂ ਲਾਡੀ ਦੀਆਂ ਗੱਲਾਂ ਤੋਂ ਦੁਖੀ ਹੋ ਜਾਂਦੀ, ਪਰ ਮੈਂ ਕਦੇ ਵੀ ਉਸਨੂੰ ਉਲਟਾ ਜਵਾਬ ਨਾ ਦਿੰਦੀ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਵਿੱਚ ਕਮੀ ਹੈ ਤੇ ਮੈਨੂੰ ਇਹ ਵੀ ਪਤਾ ਸੀ ਕਿ ਲਾਡੀ ਬੱਚਾ ਨਾ ਹੋਣ ਕਰਕੇ ਦੁਖੀ ਹੈ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਰਾਤ ਨੂੰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ। ਮੇਰਾ ਪਤੀ ਘਰ ਨਹੀਂ ਸੀ। ਉਹ ਹੁਣ ਅਕਸਰ ਘਰ ਲੇਟ ਆਉਂਦਾ ਸੀ ਅਤੇ ਸ਼ਰਾਬ ਪੀ ਕੇ ਆਉਂਦਾ ਸੀ। ਹੁਣ ਉਸਨੂੰ ਸ਼ਰਾਬ ਦੀ ਲੱਤ ਲੱਗ ਗਈ ਸੀ। ਜਦੋਂ ਵੀ ਉਹ ਘਰ ਆਉਂਦਾ ਤਾਂ ਆ ਕੇ ਬਸ ਰੋਟੀ ਖਾ ਕੇ ਸੌਂ ਜਾਂਦਾ। ਮੇਰੇ ਨਾਲ ਜ਼ਿਆਦਾ ਗੱਲ ਨਾ ਕਰਦਾ। ਅੱਜ ਮੀਂਹ ਹੋਣ ਕਰਕੇ ਬੱਦਲ ਗਰਜ ਰਹੇ ਸੀ ਅਤੇ ਬਿਜਲੀ ਵੀ ਕੜਕ ਰਹੀ ਸੀ। ਮੈਂ ਬੱਦਲਾਂ ਦੀ ਗਰਜ ਅਤੇ ਬਿਜਲੀ ਦੀ ਕੜਕ ਤੋਂ ਬਹੁਤ ਡਰਦੀ ਸੀ। ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿ ਲਾਡੀ, ਤੁਸੀਂ ਜਲਦੀ ਘਰ ਆ ਜਾਓ, ਮੈਨੂੰ ਡਰ ਲੱਗਦਾ ਹੈ। ਜਦੋਂ ਉਹ ਘਰ ਆਇਆ ਤਾਂ ਆ ਕੇ ਮੈਨੂੰ ਲੜਨ ਲੱਗਾ ਕਿ ਤੂੰ ਮੈਨੂੰ
ਕਿਤੇ ਵੀ ਚੈਨ ਨਾਲ ਬੈਠਣ ਨਹੀਂ ਦਿੰਦੀ। ਫੋਨ ਕਰਦੀ ਰਹਿੰਦੀ ਐ। ਉਹ ਰਾਤ ਨੂੰ ਮੇਰੇ ਨਾਲ ਬਹੁਤ ਲੜਿਆ। ਅਗਲੇ ਦਿਨ ਸਵੇਰੇ ਮੈਂ ਲਾਡੀ ਨੂੰ ਕੋਲ ਬਿਠਾ ਕੇ ਪੁੱਛਿਆ ਕਿ ਆਖਰ ਗੱਲ ਕੀ ਹੈ? ਤੁਸੀਂ ਮੇਰੇ ਤੋਂ ਇੰਨਾ ਦੂਰ ਕਿਉਂ ਭੱਜਦੇ ਹੋ? ਤੁਸੀਂ ਮੇਰੇ ਨਾਲ ਗੱਲ-ਗੱਲ 'ਤੇ ਲੜਦੇ ਰਹਿੰਦੇ ਹੋ। ਤਾਂ ਉਸਨੇ ਕਿਹਾ ਕਿ ਤੂੰ ਇੱਕ ਬਾਂਝ ਔਰਤ ਹੈ। ਤੂੰ ਮੈਨੂੰ ਬੱਚਾ ਨਹੀਂ ਦੇ ਸਕਦੀ। ਹੋਰ ਮੈਂ ਤੇਰੇ ਤੋਂ ਕੀ ਉਮੀਦ ਰੱਖਾਂ? ਲਾਡੀ ਦੇ ਇਸ ਤਾਨੇ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਅਤੇ ਮੈਂ ਉਸ ਨੂੰ ਕਿਹਾ ਕਿ ਜੇਕਰ ਤੈਨੂੰ ਮੇਰੇ ਨਾਲ ਰਹਿਣਾ ਪਸੰਦ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਸਕਦਾ ਹਾਂ। ਤੁਸੀਂ ਸਾਰਾ ਦਿਨ ਮੈਨੂੰ ਤਾਨੇ ਮਿਹਣੇ ਮਾਰਦੇ ਹੋ, ਇਸ ਲਈ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ। ਮੈਨੂੰ ਵੀ ਬਹੁਤ ਗੁੱਸਾ ਆ ਗਿਆ ਸੀ। ਉਹ ਚੁੱਪਚਾਪ ਘਰੋਂ ਨਿਕਲ ਗਿਆ। ਸ਼ਾਮ ਤੱਕ ਉਹ ਘਰ ਨਾ ਆਇਆ। ਮੈਂ ਉਸ ਦਾ ਬਹੁਤ ਇੰਤਜ਼ਾਰ ਕੀਤਾ। ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤਾਂ ਆ ਕੇ ਮੈਨੂੰ ਕਹਿਣ ਲੱਗਾ ਕਿ ਤੂੰ ਕੋਈ ਬਹੁਤੀ ਚੰਗੀ ਕੁੜੀ ਨਹੀਂ ਹੈ। ਮੈਂ ਬਹੁਤ ਵੱਡੀ ਗਲਤੀ ਕੀਤੀ ਤੇਰੇ ਨਾਲ ਵਿਆਹ ਕਰਵਾ ਕੇ। ਲਾਡੀ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਲਾਡੀ ਮੇਰੇ ਬਾਰੇ ਇੱਦਾਂ ਕਿਉਂ ਬੋਲ ਰਿਹਾ ਹੈ। ਉਸ ਤੋਂ ਬਾਅਦ ਲਾਡੀ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ, ਮੇਰੇ ਘਰੋਂ ਨਿਕਲ ਜਾ। ਮੈਂ ਉਸ ਨੂੰ ਕਿਹਾ ਕਿ ਅੱਜ ਦੀ ਰਾਤ ਤਾਂ ਮੈਂ ਕਿਤੇ ਨਹੀਂ ਜਾ ਸਕਦੀ ਕਿਉਂਕਿ ਹੁਣ ਹਨੇਰਾ ਹੋ ਚੁੱਕਿਆ ਹੈ, ਪਰ ਕੱਲ੍ਹ ਨੂੰ ਮੈਂ ਤੇਰੇ ਘਰ ਪਲ ਵੀ ਨਹੀਂ ਰੁਕਾਂਗੀ। ਅਗਲੇ ਦਿਨ ਸਵੇਰੇ ਹੀ ਮੈਂ ਆਪਣਾ ਬੈਗ ਪੈਕ ਕੀਤਾ ਅਤੇ ਆਪਣੀ ਮਾਂ ਦੇ ਘਰ ਆ ਗਈ। ਆਪਣੀ ਮਾਂ ਦੇ ਘਰ ਆ ਕੇ ਮੈਂ ਦੁਖੀ ਹੋ ਕੇ ਪਈ ਰੋਂਦੀ ਰਹਿੰਦੀ। ਮੇਰੀ ਮੰਮੀ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੀ ਅਤੇ ਮੈਨੂੰ ਕਹਿੰਦੀ ਕਿ ਤੈਨੂੰ ਕਿਹਾ ਸੀ ਨਾ, ਉਸ ਮੁੰਡੇ ਨਾਲ ਵਿਆਹ ਨਾ ਕਰਵਾ। ਤੂੰ ਆਪਣੀ ਜਿੱਦ 'ਤੇ ਅੜੀ ਰਹੀ, ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਮੈਂ ਬਸ ਆਪਣੀ ਮਾੜੀ ਕਿਸਮਤ ਨੂੰ ਕੋਸ ਸਕਦੀ ਸੀ। ਇਸੇ ਤਰ੍ਹਾਂ ਸਮਾਂ ਲੰਘਦਾ ਗਿਆ। ਸਾਡੇ ਘਰ ਦੇ ਕੰਮ ਵਾਲੀ ਮੈਨੂੰ ਵੇਖ ਕੇ ਬਹੁਤ ਦੁਖੀ ਹੁੰਦੀ ਅਤੇ ਉਹ ਮੈਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੇਰੀ ਮੰਮੀ ਮੈਨੂੰ ਕੰਮ ਵਾਲੀ ਨਾਲ ਗੱਲ ਨਹੀਂ ਸੀ ਕਰਨ ਦਿੰਦੀ। ਮੈਂ ਇਹ ਗੱਲ ਪੱਕੀ ਠਾਣ ਲਈ ਸੀ ਕਿ ਮੈਂ ਕੰਮ ਵਾਲੀ ਤੋਂ ਮੰਮੀ ਬਾਰੇ ਪਤਾ ਕਰਕੇ ਹੀ ਰਹਾਂਗੀ ਕਿ ਮੰਮੀ ਨੇ ਮੇਰੇ ਨਾਲ ਅਜਿਹਾ ਕੀ ਕੀਤਾ ਹੈ। ਮੇਰੇ ਡੈਡੀ ਨੂੰ ਅਧਰੰਗ ਹੋ ਗਿਆ ਸੀ। ਉਹ ਮੰਜੇ 'ਤੇ ਪਏ ਰਹਿੰਦੇ ਸਨ। ਇੱਕ ਦਿਨ ਮੰਮੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਘਰ ਵਿੱਚ ਕੋਈ ਨਹੀਂ ਸੀ, ਇਸ ਲਈ ਮੇਰੀ ਮੰਮੀ ਨੂੰ ਮੈਨੂੰ ਹਸਪਤਾਲ ਲੈ ਕੇ ਜਾਣਾ ਪਿਆ। ਹਸਪਤਾਲ ਵਾਲਿਆਂ ਨੇ ਮੇਰੀ ਮੰਮੀ ਨੂੰ ਦਾਖਲ ਕਰ ਲਿਆ ਕਿਉਂਕਿ ਮੇਰੀ ਮੰਮੀ ਨੂੰ ਅਟੈਕ ਆਇਆ ਸੀ। ਉਸ ਦੇ ਲਈ ਉਹਨਾਂ ਦੀ ਸਰਜਰੀ ਕਰਨੀ ਪੈਣੀ ਸੀ। ਮੈਂ ਘਰੋਂ ਪੈਸੇ ਲੈਣ ਆਈ। ਜਦੋਂ ਮੈਂ ਆਪਣੀ ਮੰਮੀ ਦੀ ਅਲਮਾਰੀ ਵਿੱਚੋਂ ਪੈਸੇ ਕੱਢੇ ਤਾਂ ਲੋਕਰ ਵਿੱਚ ਇੱਕ ਡਾਇਰੀ ਪਈ ਸੀ। ਜਦੋਂ ਮੈਂ ਉਹ ਡਾਇਰੀ ਖੋਲ੍ਹ ਕੇ ਪੜ੍ਹਨ ਲੱਗੀ ਤਾਂ ਡਾਇਰੀ ਦਾ ਪਹਿਲਾ ਪੰਨਾ ਪੜ੍ਹਿਆ। ਉਸ 'ਤੇ ਲਿਖਿਆ ਸੀ, ਸੁਰਜਣ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਸੁਰਜਣ ਮੇਰੇ ਡੈਡੀ ਜੀ ਦਾ ਨਾਮ ਸੀ। ਇਹ ਪੜ੍ਹ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਮੇਰੇ ਡੈਡੀ ਅਤੇ ਮੰਮੀ ਦੀ ਤਾਂ ਆਪਸ ਵਿੱਚ ਬਹੁਤ ਵਧੀਆ ਬਣਦੀ ਸੀ। ਫਿਰ ਮੇਰੀ ਮੰਮੀ ਨੇ ਇੱਦਾਂ ਕਿਉਂ ਲਿਖਿਆ ਸੀ? ਇਸ ਲਈ ਮੈਂ ਡਾਇਰੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਸ ਡਾਇਰੀ ਵਿੱਚ ਲਿਖਿਆ ਸੀ ਕਿ ਅਸੀਂ 6 ਭੈਣਾਂ ਸੀ। ਘਰ ਵਿੱਚ ਗਰੀਬੀ ਹੋਣ ਕਰਕੇ ਮੇਰੇ ਪਿਤਾ ਨੇ ਮੇਰਾ ਵਿਆਹ ਸੁਰਜਣ ਨਾਲ ਕਰ ਦਿੱਤਾ, ਪਰ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਸੁਰਜਣ ਪਹਿਲਾਂ ਵਿਆਹਿਆ ਹੋਇਆ ਸੀ ਅਤੇ ਉਸ ਦੀ ਪਤਨੀ ਦੀ ਕੁੱਖੋਂ ਇੱਕ ਬੇਟੀ ਪੈਦਾ ਹੋਈ ਸੀ। ਸੁਰਜਣ ਦੀ ਪਤਨੀ ਆਪਣੀ ਬੇਟੀ ਨੂੰ ਜਨਮ ਦੇਣ ਸਾਰ ਹੀ ਰੱਬ ਨੂੰ ਪਿਆਰੀ ਹੋ ਗਈ ਸੀ। ਸੁਰਜਣ ਨੇ ਆਪਣੀ ਬੇਟੀ ਲਈ
ਦੂਸਰਾ ਵਿਆਹ ਕਰਵਾਇਆ ਸੀ। ਮੈਂ ਸੁਰਜਨ ਦੀ ਬੇਟੀ ਨੂੰ ਬਹੁਤਾ ਪਸੰਦ ਨਹੀਂ ਕਰਦੀ ਸੀ, ਕਿਉਂਕਿ ਮੇਰਾ ਰਿਸ਼ਤਾ ਕਰਨ ਤੋਂ ਪਹਿਲਾਂ ਮੈਨੂੰ ਸੱਚ ਨਹੀਂ ਦੱਸਿਆ ਗਿਆ ਸੀ। ਸੁਰਜਨ ਵੀ ਮੇਰਾ ਕੋਈ ਜ਼ਿਆਦਾ ਖਿਆਲ ਨਹੀਂ ਰੱਖਦਾ ਸੀ। ਉਹ ਸਿਰਫ ਆਪਣੀ ਬੇਟੀ ਦੇ ਪਾਲਣ ਪੋਸ਼ਣ ਲਈ ਹੀ ਮੈਨੂੰ ਵਿਆਹ ਕੇ ਲਿਆਇਆ ਸੀ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਸੁਰਜਨ ਦੀ ਬੇਟੀ ਨੂੰ ਹੋਰ ਵੀ ਨਫ਼ਰਤ ਕਰਨ ਲੱਗੀ। ਸੁਰਜਨ ਚਾਹੁੰਦਾ ਸੀ ਕਿ ਮੈਂ ਉਹਦੀ ਧੀ ਨੂੰ ਬਹੁਤ ਪਿਆਰ ਕਰਾਂ। ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਂ ਨਾ ਚਾਹੁੰਦੇ ਹੋਏ ਵੀ ਸੁਰਜਨ ਦੀ ਧੀ ਨੂੰ ਪਾਲਦੀ ਰਹੀ। ਹੌਲੀ ਹੌਲੀ ਸੁਰਜਨ ਮੈਨੂੰ ਪਿਆਰ ਕਰਨ ਲੱਗਾ। ਮੈਂ ਸੁਰਜਨ ਨੂੰ ਕਹਿੰਦੀ ਕਿ ਮੈਨੂੰ ਆਪਣਾ ਬੱਚਾ ਚਾਹੀਦਾ ਹੈ ਤਾਂ ਉਹ ਕਹਿ ਦਿੰਦਾ ਕਿ ਬੱਚਾ ਦੇਣਾ ਨਾ ਦੇਣਾ ਰੱਬ ਦੀ ਮਰਜ਼ੀ ਹੈ। ਰਾਣੋ ਵੀ ਤਾਂ ਆਪਣੀ ਹੀ ਧੀ ਹੈ। ਸੁਰਜਨ ਇਹ ਕਹਿ ਕੇ ਗੱਲ ਟਾਲ ਦਿੰਦਾ। ਪਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਸੁਰਜਨ ਨਹੀਂ ਚਾਹੁੰਦਾ ਸੀ ਕਿ ਮੈਂ ਕਿਸੇ ਬੱਚੇ ਦੀ ਮਾਂ ਬਣਾ, ਕਿਉਂਕਿ ਉਸਨੂੰ ਇਹ ਸੀ ਕਿ ਜੇ ਮੇਰੇ ਆਪਣਾ ਬੱਚਾ ਹੋ ਗਿਆ ਤਾਂ ਮੈਂ ਰਾਣੋ ਦੀ ਕੋਈ ਦੇਖਭਾਲ ਨਹੀਂ ਕਰਨੀ। ਇਸ ਲਈ ਉਹ ਮੈਨੂੰ ਸਬਜ਼ੀ ਵਿੱਚ ਮਿਲਾ ਕੇ ਬੱਚਾ ਨਾ ਹੋਣ ਦੀ ਦਵਾਈ ਖਵਾਉਂਦਾ ਰਿਹਾ, ਜਿਸ ਕਰਕੇ ਮੈਂ ਮਾਂ ਨਾ ਬਣ ਸਕੀ। ਨਾ ਚਾਹੁੰਦੇ ਹੋਏ ਵੀ ਮੈਨੂੰ ਰਾਣੋ ਨੂੰ ਅਪਣਾਉਣਾ ਪਿਆ। ਭਾਵੇਂ ਮੈਂ ਸੁਰਜਨ ਦੇ ਸਾਹਮਣੇ ਰਾਣੋ ਨੂੰ ਬਹੁਤ ਪਿਆਰ ਕਰਦੀ ਸੀ, ਪਰ ਮੈਂ ਆਪਣੀ ਕੁੱਖੋਂ ਹਰੀ ਨਾ ਹੋਣ ਦਾ ਕਾਰਨ ਰਾਣੋ ਨੂੰ ਸਮਝਦੀ ਸੀ। ਇਸ ਲਈ ਮੈਂ ਉਸਨੂੰ ਦਿਲੋਂ ਬਿਲਕੁਲ ਵੀ ਪਿਆਰ ਨਹੀਂ ਕਰਦੀ ਸੀ। ਜਦੋਂ ਰਾਣੋ ਵੱਡੀ ਹੋਈ ਤਾਂ ਮੈਂ ਉਸ ਦਾ ਰਿਸ਼ਤਾ ਇੱਕ ਸ਼ਰਾਬੀ ਮੁੰਡੇ ਨਾਲ ਕਰਕੇ ਆਪਣਾ ਬਦਲਾ ਪੂਰਾ ਕਰਨਾ ਚਾਹੁੰਦੀ ਸੀ। ਪਰ ਰਾਣੋ ਨੇ ਲਾਡੀ ਨਾਲ ਮੈਰਿਜ ਕਰਵਾ ਕੇ ਮੇਰਾ ਉਹ ਸੁਪਨਾ ਵੀ ਤੋੜ ਦਿੱਤਾ। ਰਾਣੋ ਆਪਣੇ ਸਹੁਰੇ ਘਰ ਬਹੁਤ ਖੁਸ਼ ਰਹਿੰਦੀ ਹੈ, ਪਰ ਮੈਂ ਉਸ ਨੂੰ ਖੁਸ਼ ਨਹੀਂ ਵੇਖਣਾ ਚਾਹੁੰਦੀ। ਇਸ ਲਈ ਮੈਂ ਚਾਹੁੰਦੀ ਹਾਂ ਕਿ ਰਾਣੋ ਵੀ ਮੇਰੇ ਵਾਂਗ ਵਾਂਝ ਹੀ ਰਹੇ। ਰਾਣੋ ਦੇ ਸਹੁਰਿਆਂ ਦਾ ਘਰ ਸਾਡੇ ਘਰ ਤੋਂ 2 ਕਿਲੋਮੀਟਰ ਦੂਰ ਹੀ ਹੈ। ਇਸ ਲਈ ਰਾਣੋ ਦੇ ਘਰ ਜੋ ਕੰਮ ਵਾਲੀ ਜਾਂਦੀ ਹੈ, ਮੈਂ ਉਸਨੂੰ ਪੈਸੇ ਦੇ ਕੇ ਉਹੀ ਕੰਮ ਕਰਵਾਉਂਦੀ ਰਹੀ ਜੋ ਸੁਰਜਨ ਮੇਰੇ ਨਾਲ ਕਰਦਾ ਸੀ। ਮੈਂ ਕੰਮ ਵਾਲੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਤੇ ਡਰਾ ਧਮਕਾ ਕੇ ਉਹੀ ਦਵਾਈ ਰਾਣੋ ਦੇ ਖਾਣੇ ਵਿੱਚ ਮਿਲਵਾਉਂਦੀ ਰਹੀ ਜੋ ਉਸ ਦਾ ਪਿਓ ਸੁਰਜਨ ਮੇਰੇ ਖਾਣੇ ਵਿੱਚ ਮਿਲਾਉਂਦਾ ਸੀ, ਜਿਸ ਕਰਕੇ ਰਾਣੋ ਮਾਂ ਨਹੀਂ ਬਣ ਸਕੀ। ਹੁਣ ਰਾਣੋ ਦੇ ਸਹੁਰੇ ਉਸ ਨੂੰ ਬਾਂਝ ਕਹਿ ਕੇ ਤਾਨੇ ਦਿੰਦੇ ਤਾਂ ਮੇਰੇ ਮਨ ਨੂੰ ਸਕੂਨ ਮਿਲਦਾ ਹੈ। ਭਾਵੇਂ ਕਿ ਮੈਂ ਰਾਣੋ ਨੂੰ ਪਿਆਰ ਕਰਨ ਦਾ ਨਾਟਕ ਕਰਦੀ ਹਾਂ, ਪਰ ਮੈਨੂੰ ਸੱਚਮੁੱਚ ਖੁਸ਼ੀ ਹੈ ਕਿ ਰਾਣੋ ਮਾਂ ਨਹੀਂ ਬਣ ਸਕੀ। ਪਰ ਰਾਣੋ ਦੇ ਮਾਂ ਨਾ ਬਣ ਸਕਣ ਦੇ ਬਾਵਜੂਦ ਵੀ ਉਸ ਦੇ ਘਰ ਵਾਲਾ ਉਸ ਨੂੰ ਬਹੁਤ ਪਿਆਰ ਕਰਦਾ ਹੈ, ਜੋ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਇਸ ਲਈ ਇੱਕ ਦਿਨ ਮੈਂ ਨੌਕਰਾਣੀ ਨੂੰ ਘਰ ਬੁਲਾਉਂਦੀ ਹਾਂ। ਉਸ ਨੂੰ ਕਹਿੰਦੀ ਹਾਂ ਕਿ ਰਾਣੋ ਮੇਰੀ ਸਕੀ ਧੀ ਨਹੀਂ ਹੈ, ਉਹ ਮੇਰੀ ਮਤਰੇਈ ਧੀ ਹੈ ਅਤੇ ਉਸ ਦਾ ਚਾਲ ਚੱਲਣ ਠੀਕ ਨਹੀਂ ਹੈ। ਉੱਤੋਂ ਉਹ ਮਾਂ ਵੀ ਨਹੀਂ ਬਣ ਸਕਦੀ। ਤੂੰ ਉਸ ਨੂੰ ਆਪਣੇ ਘਰ ਵਿੱਚ ਕਿਉਂ ਰੱਖਿਆ ਹੋਇਆ? ਜਦੋਂ ਰਾਣੋ ਇੱਥੇ ਆਉਂਦੀ ਹੈ ਤਾਂ ਆਪਣੇ ਪੁਰਾਣੇ ਬੁਆਏਫ੍ਰੈਂਡ ਨੂੰ ਮਿਲਦੀ ਰਹਿੰਦੀ ਹੈ। ਮੇਰੀ ਇਹ ਗੱਲ ਸੁਣ ਕੇ ਲਾਡੀ ਨੇ ਰਾਣੋ ਨੂੰ ਘਰੋਂ ਕੱਢ ਦਿੱਤਾ। ਸੁਰਜਨ ਨੂੰ ਅਧਰੰਗ ਹੋ ਗਿਆ ਹੈ ਤੇ ਰਾਣੋ ਸਾਰਾ ਦਿਨ ਬਾਂਝ ਹੋਣ ਕਰਕੇ ਰੋਂਦੀ ਰਹਿੰਦੀ ਹੈ। ਹੁਣ ਮੇਰੇ ਮਨ ਨੂੰ ਸਕੂਨ ਹੈ ਕਿ ਮੈਂ ਆਪਣਾ ਬਦਲਾ ਪੂਰਾ ਕਰ ਲਿਆ ਹੈ। ਇੰਨਾ ਕੁਝ ਪੜ੍ਹਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅੱਗੇ ਡਾਇਰੀ ਪੜ੍ਹਨ ਦਾ ਮੇਰਾ ਦਿਲ ਨਹੀਂ ਸੀ ਕਰ ਰਿਹਾ, ਪਰ ਮੈਂ ਪੇਜ ਪਲਟਦੀ ਰਹੀ। ਅਖੀਰਲੇ ਪੰਨੇ ਉੱਤੇ ਲਿਖਿਆ ਸੀ ਕਿ ਅੱਜ ਕੱਲ੍ਹ ਮੇਰੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ। ਮੈਂ ਸਾਰਾ ਦਿਨ
ਇਹੀ ਸੋਚਦੀ ਰਹਿੰਦੀ ਹਾਂ ਕਿ ਕੀ ਮੈਂ ਰਾਣੋ ਨਾਲ ਠੀਕ ਕੀਤਾ। ਜਦੋਂ ਰਾਣੋ ਰੋਂਦੀ ਹੈ ਤਾਂ ਮੇਰੇ ਕਾਲਜੇ ਨੂੰ ਧੂਹ ਪੈਂਦੀ ਹੈ। ਮੈਂ ਰਾਣੋ ਤੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣਾ ਚਾਹੁੰਦੀ ਹਾਂ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੇ ਮੂੰਹ ਉਸ ਨੂੰ ਆਪਣੀ ਸੱਚਾਈ ਦੱਸਾਂ। ਪਰ ਮੈਂ ਚਾਹੁੰਦੀ ਹਾਂ ਕਿ ਮੇਰੀ ਇਹ ਸੱਚਾਈ ਰਾਣੋ ਦੇ ਸਾਹਮਣੇ ਜ਼ਰੂਰ ਆਵੇ। ਇਸ ਲਈ ਮੈਂ ਇਹ ਡਾਇਰੀ ਲਿਖਦੀ ਹਾਂ ਤਾਂ ਕਿ ਮੇਰੀ ਮੌਤ ਤੋਂ ਬਾਅਦ ਰਾਣੋ ਨੂੰ ਮੇਰੀ ਇਸ ਮਾੜੀ ਕਰਤੂਤ ਦਾ ਪਤਾ ਲੱਗ ਸਕੇ। ਉਸ ਤੋਂ ਬਾਅਦ ਭਾਵੇਂ ਉਹ ਮੈਨੂੰ ਲਾਹਣਤਾਂ ਹੀ ਪਾਵੇ, ਪਰ ਮੈਂ ਚਾਹੁੰਦੀ ਹਾਂ ਕਿ ਰਾਣੋ ਨੂੰ ਮੇਰੀ ਸੱਚਾਈ ਪਤਾ ਲੱਗੇ। ਜਿਉਂਦੇ ਜੀ ਮੈਂ ਉਸ ਕੋਲੋਂ ਇਹ ਸਭ ਕੁਝ ਨਹੀਂ ਸੀ ਦੱਸ ਸਕਦੀ, ਕਿਉਂਕਿ ਮੈਨੂੰ ਆਪਣੇ ਆਪ 'ਤੇ ਬਹੁਤ ਸ਼ਰਮ ਆਉਂਦੀ ਹੈ। ਆਖਰੀ ਪੰਨਾ ਪੜ੍ਹਨ ਤੋਂ ਬਾਅਦ ਰਾਣੋ ਉੱਥੇ ਹੀ ਬੈਠ ਜਾਂਦੀ ਹੈ ਤੇ ਉੱਚੀ ਉੱਚੀ ਰੋਣ ਲੱਗਦੀ ਹੈ। ਉਹ ਕਾਹਲੀ ਨਾਲ ਪੈਸੇ ਚੁੱਕਦੀ ਹੈ ਅਤੇ ਹਸਪਤਾਲ ਜਾਂਦੀ ਹੈ। ਹਸਪਤਾਲ ਜਾ ਕੇ ਜਦੋਂ ਉਹ ਡਾਕਟਰ ਨੂੰ ਮਿਲਦੀ ਹੈ ਤਾਂ ਡਾਕਟਰ ਦੱਸਦੇ ਹਨ ਕਿ ਤੇਰੀ ਮੰਮੀ ICU ਵਿੱਚ ਹੈ। ਮੈਂ ਚਾਹੁੰਦੀ ਸੀ ਕਿ ਮੇਰੀ ਮੰਮੀ ਨੂੰ ਹੋਸ਼ ਆ ਜਾਵੇ ਅਤੇ ਮੈਂ ਉਸ ਨੂੰ ਕਹਾਂ ਕਿ ਮੰਮੀ, ਤੂੰ ਭਾਵੇਂ ਮੇਰੇ ਨਾਲ ਜੋ ਵੀ ਕੀਤਾ, ਪਰ ਮੈਨੂੰ ਤੇਰੇ ਨਾਲ ਕੋਈ ਗੁੱਸਾ ਨਹੀਂ ਹੈ। ਮੈਂ ਆਪਣੀ ਮੰਮੀ ਨੂੰ ਇਹ ਵੀ ਦੱਸਣਾ ਚਾਹੁੰਦੀ ਸੀ ਕਿ ਮੈਨੂੰ ਉਸ ਦੀ ਸੱਚਾਈ ਪਤਾ ਲੱਗ ਗਈ ਹੈ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਤੋਂ ਬਾਅਦ ਮੇਰੀ ਮੰਮੀ ਨੂੰ ਹੋਸ਼ ਨਾ ਆਇਆ ਅਤੇ ਉਸ ਦੀ ਹਸਪਤਾਲ ਦੇ ਵਿੱਚ ਹੀ ਮੌਤ ਹੋ ਗਈ। ਮੈਂ ਆਪਣੀ ਮੰਮੀ ਦੀ ਲਾਸ਼ ਕੋਲ ਉੱਚੀ ਉੱਚੀ ਰੋਣ ਲੱਗੀ। ਜਦੋਂ ਮੇਰੀ ਮੰਮੀ ਨੂੰ ਘਰ ਲੈ ਕੇ ਆਈ ਤਾਂ ਉਸ ਦੀ ਅੰਤਮ ਰਸਮਾਂ ਕੀਤੀਆਂ। ਮੇਰੇ ਡੈਡੀ ਮੰਜੇ ਤੋਂ ਉੱਠ ਨਹੀਂ ਸਕਦੇ। ਮੈਂ ਬੈਠੀ ਸੋਚਦੀ ਹਾਂ ਕਿ ਅਸਲ ਵਿੱਚ ਕਸੂਰਵਾਰ ਮੰਮੀ ਨਹੀਂ, ਮੇਰੇ ਡੈਡੀ ਜੀ ਨੇ, ਅਤੇ ਉਹਨਾਂ ਨੂੰ ਇਸ ਦੀ ਸਜ਼ਾ ਮਿਲ ਗਈ ਹੈ, ਕਿਉਂਕਿ ਜੋ ਮੇਰੇ ਡੈਡੀ ਜੀ ਨੇ ਮੇਰੀ ਮੰਮੀ ਨਾਲ ਕੀਤਾ ਉਹ ਠੀਕ ਨਹੀਂ ਕੀਤਾ। ਉਸ ਦੇ ਕਾਰਨ ਹੀ ਮੇਰੀ ਮੰਮੀ ਮੇਰੇ ਨਾਲ ਇਸ ਤਰ੍ਹਾਂ ਕਰਦੀ ਰਹੀ। ਮੇਰੀ ਮੰਮੀ ਦੇ ਭੋਗ ਤੋਂ ਬਾਅਦ ਮੈਂ ਲਾਡੀ ਦੇ ਘਰ ਗਈ ਅਤੇ ਉਸ ਨੂੰ ਆਪਣੀ ਮੰਮੀ ਵਾਲੀ ਡਾਇਰੀ ਪੜ੍ਹਾਈ। ਡਾਇਰੀ ਪੜ੍ਹਨ ਤੋਂ ਬਾਅਦ ਲਾਡੀ ਨੇ ਮੈਨੂੰ ਘੁੱਟ ਕੇ ਗਲ ਨਾਲ ਲਾਇਆ ਤੇ ਕਿਹਾ, ਰਾਣੋ, ਤੇਰੀ ਇਸ ਵਿੱਚ ਕੋਈ ਗਲਤੀ ਨਹੀਂ ਹੈ, ਮੈਨੂੰ ਮਾਫ਼ ਕਰ ਦੇ। ਮੈਂ ਤੇਰੇ ਨਾਲ ਸਾਰੀ ਉਮਰ ਨਿਭਾਉਣ ਦਾ ਵਾਅਦਾ ਕੀਤਾ ਸੀ, ਪਰ ਮੈਂ ਤੇਰਾ ਸਾਥ ਛੱਡ ਗਿਆ। ਪਲੀਜ਼ ਮੈਨੂੰ ਮਾਫ਼ ਕਰ ਦੇ ਅਤੇ ਵਾਪਸ ਮੇਰੀ ਜ਼ਿੰਦਗੀ ਵਿੱਚ ਆ ਜਾ। ਇੰਨਾ ਕਹਿ ਕੇ ਉਸਨੇ ਮੈਨੂੰ ਗਲ ਨਾਲ ਲਾ ਲਿਆ। ਮੈਂ ਤੇ ਲਾਡੀ ਇੱਕ ਦੂਜੇ ਦੇ ਗਲ ਲੱਗ ਕੇ ਕਿੰਨਾ ਸਮਾਂ ਰੋਂਦੇ ਰਹੇ। ਹਾਂਜੀ ਦੋਸਤੋ, ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ।